ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਦੀ ਇਸ ਵੀਡੀਓ ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜੋ ਪਟਵਾਰੀ ਦੀਆਂ 1152 ਅਸਾਮੀਆਂ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਕੱਢੀਆਂ ਗਈਆਂ ਹਨ, ਉਸ ਦੀ ਪੂਰੀ ਡਿਟੇਲ, ਉਸ ਦਾ ਆਨਲਾਈਨ ਪ੍ਰੋਸੈਸ, ਉਸ ਦੇ ਵਿੱਚ ਕੁਆਲੀਫਿਕੇਸ਼ਨ, ਪੇ ਸਕੇਲ ਔਰ ਉਸ ਦਾ ਆਨਲਾਈਨ ਪ੍ਰੋਸੈਸ ਅੱਜ ਇਸ ਵੀਡੀਓ ਵਿੱਚ ਅਸੀਂ ਡਿਸਕਸ ਕਰਾਂਗੇ। ਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ, ਜਿਸ ਦੇ ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜੋ ਪਟਵਾਰੀ ਦੀਆਂ 1152 ਅਸਾਮੀਆਂ ਕੱਢੀਆਂ ਗਈਆਂ ਹਨ, ਇਸ ਦਾ ਆਨਲਾਈਨ ਪ੍ਰੋਸੈਸ ਜਿਹੜਾ 14 ਜਨਵਰੀ 2021 ਤੋਂ ਅੱਜ ਦੇ ਦਿਨ ਤੋਂ ਸਟਾਰਟ ਹੈ ਔਰ ਇਸ ਦਾ ਅਪਲਾਈ ਕਰਨ ਦੀ ਲਾਸਟ ਜਿਹੜੀ ਮਿਤੀ ਹੈ ਉਹ ਹੈ ਜੀ 11 ਫਰਵਰੀ 2021 5 ਵਜੇ ਤੱਕ। ਫੀਸ ਭਰਨ ਦੀ ਜਿਹੜੀ ਆਖਰੀ ਤਰੀਕ ਹੈ ਉਹ ਹੈ ਜੀ 15 ਫਰਵਰੀ 2021। ਉਸ ਤੋਂ ਬਾਅਦ ਹੈ ਸਾਡੇ ਕੋਲ ਜਿਹੜੀਆਂ ਵੈਕੈਂਸੀਆਂ ਟੋਟਲ ਹੈ, ਜਿਹਦੇ ਵਿੱਚ ਹੈ ਮਾਲ ਪਟਵਾਰੀ, ਜ਼ਿਲ੍ਹਾਦਾਰ ਐਂਡ ਇਰੀਗੇਸ਼ਨ ਬੁਕਿੰਗ ਕਲਰਕ ਪਟਵਾਰੀ ਦੀਆਂ ਕੁੱਲ ਹੈ ਜੀ 1152 ਅਸਾਮੀਆਂ। ਉਸ ਦੇ ਵਿੱਚ ਅਸੀਂ ਕੈਟਾਗਰੀਜ਼ ਵਾਈਜ਼ ਦੇਖਦੇ ਹਾਂ। ਕੈਟਾਗਰੀਜ਼ ਵਾਈਜ਼ ਜਿਹੜੀ ਡਿਟੇਲ ਹੈ ਸਭ ਤੋਂ ਪਹਿਲਾਂ ਦੇਖਦੇ ਹਾਂ ਜੀ। ਪੋਸਟ ਜਿਹੜੀ ਰੈਵਨਿਊ ਪਟਵਾਰੀ ਹੈ ਉਹ ਹੈ ਜੀ 1090, ਜ਼ਿਲ੍ਹਾਦਾਰ ਦੀਆਂ 32 ਜਮ੍ਹਾਂ 436 ਔਰ ਇਰੀਗੇਸ਼ਨ ਬੁਕਿੰਗ ਕਲਰਕ ਪਟਵਾਰੀ ਦੀਆਂ 26। ਟੋਟਲ ਹੈ ਜੀ 1152। ਉਸ ਤੋਂ ਬਾਅਦ ਕੈਟਾਗਰੀਜ਼ ਵਾਈਜ਼ ਆ ਗਈਆਂ ਸਾਡੇ ਕੋਲ। ਸਭ ਤੋਂ ਪਹਿਲਾਂ ਅਗਰ ਅਸੀਂ ਪਟਵਾਰੀ ਰੈਵਨਿਊ ਇਨ ਡਿਪਾਰਟਮੈਂਟ ਰੈਵਨਿਊ ਪਟਵਾਰੀ ਦੀ ਅਗਰ ਅਸੀਂ ਗੱਲ ਕਰਦੇ ਹਾਂ ਤਾਂ ਜਨਰਲ ਦੀਆਂ ਵੈਕੈਂਸੀਆਂ ਹੈਗੀਆਂ ਜੀ 406, ਸ਼ਡਿਊਲ ਕਾਸਟ M&B ਦੀਆਂ 117, ਸ਼ਡਿਊਲ ਕਾਸਟ ਰਮਦਾਸੀਏ ਐਂਡ ਅਦਰ ਦੀਆਂ 91 ਹੈ, ਬੈਕਵਰਡ ਕਲਾਸ ਦੀਆਂ 114, ESM ਜਨਰਲ ਦੀਆਂ 93 ਹੈ, ESM SC ਐਂਡ M&B ਦੀਆਂ 27 ਹੈ, ESM SC ਐਂਡ RO 26 ਹੈ, ESM BC ਦੀਆਂ 21 ਹੈ, ਸਪੋਰਟਸ ਜਨਰਲ ਦੀਆਂ 20 ਹੈ, ਸਪੋਰਟਸ SC M&B ਦੀਆਂ 10 ਹੈ, ਸਪੋਰਟਸ SC RO ਦੀਆਂ 6 ਹੈ, ਫਿਜ਼ੀਕਲ ਹੈਂਡੀਕੈਪਡ ਦੀਆਂ 29 ਹੈ। ਉਸ ਤੋਂ ਬਾਅਦ ਹੈ ਫਰੀडम ਫਾਈਟਰ ਦੀਆਂ 113 ਹੈ, ਇਕਨੋਮਿਕਲ ਵੀਕਰ ਸੈਕਸ਼ਨ ਦੀਆਂ 117 ਹੈ। ਟੋਟਲ ਹੈ ਜੀ 1090। ਰੈਵਨਿਊ ਪਟਵਾਰੀ ਦੀਆਂ ਪੋਸਟਾਂ 1090 ਟੋਟਲ। ਉਸ ਤੋਂ ਬਾਅਦ ਹੈ ਦੂਸਰੇ ਨੰਬਰ 'ਤੇ ਜੀ ਇਰੀਗੇਸ਼ਨ ਬੁਕਿੰਗ ਕਲਰਕ ਪਟਵਾਰੀ, ਜਿਸ ਦੇ ਵਿੱਚ ਅਗਰ ਅਸੀਂ ਜਨਰਲ ਦੀ ਗੱਲ ਕਰੀਏ ਤਾਂ ਜਨਰਲ ਵਿੱਚ ਹੈ ਮੈਨ ਦੀ ਹੈਗੀਆਂ 8 ਅਤੇ ਵੂਮੈਨ ਦੀਆਂ 2 ਹੈ। ਸ਼ਡਿਊਲ ਕਾਸਟ M&B ਦੇ ਵਿੱਚ ਆਦਮੀਆਂ ਵਾਸਤੇ 2 ਹੈ ਔਰ ਔਰਤਾਂ ਵਾਸਤੇ 1 ਹੈ। ਸ਼ਡਿਊਲ ਕਾਸਟ ਰਮਦਾਸੀਆ ਐਂਡ ਅਦਰ ਵਾਸਤੇ ਮੈਨ ਅਤੇ ਵੂਮੈਨ ਦੀਆਂ 1 ਪੋਸਟ ਹੈ। ਬੈਕਵਰਡ ਕਲਾਸ ਦੇ ਵਿੱਚ ਵੀ 1 ਮੈਨ ਵਾਸਤੇ ਅਤੇ 1 ਵੂਮੈਨ ਵਾਸਤੇ ਹੈ। ESM ਜਨਰਲ 1 ਹੈ, ESM SC M&B ਦੀ 1 ਹੈ ਅਤੇ ਸਪੋਰਟਸ SC M&B ਦੀ 1 ਪੋਸਟ ਹੈ। ਫਿਜ਼ੀਕਲ ਹੈਂਡੀਕੈਪਡ ਦੀ 1 ਹੈ, ਫਰੀडम ਫਾਈਟਰ ਦੀਆਂ 3 ਹੈ, ਇਕਨੋਮਿਕਲ ਵੀਕਰ ਸੈਕਸ਼ਨ ਦੀ 1 ਮੈਨ ਵਾਸਤੇ ਅਤੇ 1 ਵੂਮੈਨ ਵਾਸਤੇ ਹੈ। ਟੋਟਲ ਇਸ ਦੀਆਂ ਜੀ 26 ਵੈਕੈਂਸੀਆਂ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ ਜ਼ਿਲ੍ਹਾਦਾਰ ਇਨ ਡਿਪਾਰਟਮੈਂਟ ਆਫ ਵਾਟਰ ਸੋਰਸਿਸ, ਜਿਸ ਦੇ ਵਿੱਚ ਜਨਰਲ ਜਿਹੜੀ ਵੈਕੈਂਸੀ ਹੈਗੀ ਹੈ ਮੈਨ ਦੀ 4 ਅਤੇ ਵੂਮੈਨ ਦੀਆਂ 2 ਹੈ। ਸ਼ਡਿਊਲ ਕਾਸਟ M&B ਦੀ 4 ਹੈ ਅਤੇ ਵੂਮੈਨ ਵਾਸਤੇ 1 ਹੈ। ਸ਼ਡਿਊਲ ਕਾਸਟ ਰਮਦਾਸੀਆ ਐਂਡ ਅਦਰ ਇਹ ਮੈਨ ਦੇ ਵਾਸਤੇ 5 ਹੈ। BC ਦੀਆਂ ਮੈਨ ਵਾਸਤੇ 3 ਹੈ, ਵੂਮੈਨ ਵਾਸਤੇ 1 ਹੈ। ESM ਜਨਰਲ ਦੀਆਂ 4 ਹੈ। ਉਸ ਤੋਂ ਬਾਅਦ ਹੈ ਜੀ ESM SC ਐਂਡ MB ਇਸ ਦੀ ਵੈਕੈਂਸੀ ਹੈਗੀ ਜੀ 1 ਹੈ। ESM BC ਵਾਸਤੇ 1 ਹੈ। ਸਪੋਰਟਸ ਜਨਰਲ 1 ਹੈ। ਸਪੋਰਟਸ SC M&B ਦੀ 1 ਪੋਸਟ ਹੈ।
ਫਿਜ਼ੀਕਲ ਹੈਂਡੀਕੈਪਡ ਦੀ ਇੱਕ ਹੈ, ਫਿਜ਼ੀਕਲ ਹੈਂਡੀਕੈਪਡ ਦੀ ਨੈਕਸਟ ਫਿਰ ਅੱਗੇ ਇੱਕ ਹੈ। ਉਸ ਤੋਂ ਬਾਅਦ ਹੈ ਇਕਨੋਮਿਕਲ ਵੀਕਰ ਸੈਕਸ਼ਨ, ਇੱਕ ਮੈਨ ਅਤੇ ਇੱਕ ਵੂਮੈਨ ਦੀ ਹੈ, ਟੋਟਲ 32 ਹੈ। ਉਸ ਤੋਂ ਬਾਅਦ ਹੈ 4 ਪੋਸਟਾਂ ਹੈ ਜੀ ਨੈਕਸਟ ਜ਼ਿਲ੍ਹਾਦਾਰ ਦੀਆਂ, ਜਿਹਦੇ ਵਿੱਚ ਜਨਰਲ ਦੀ ਮੈਨ ਵਾਸਤੇ ਅਤੇ ਵੂਮੈਨ ਵਾਸਤੇ ਇੱਕ ਅਸਾਮੀ ਹੈ, ਅਤੇ ਸ਼ਡਿਊਲ ਕਾਸਟ M&B ਦੀ ਇੱਕ ਅਸਾਮੀ ਹੈ। ਉਸ ਤੋਂ ਬਾਅਦ ਇੱਕ ਅਸਾਮੀ ਹੈ ਜੀ ਇਕਨੋਮਿਕਲ ਵੀਕਰ ਸੈਕਸ਼ਨ ਦੀ ਮੈਨ ਦੇ ਵਿੱਚ। ਤੋ ਅਗਰ ਅਸੀਂ ਟੋਟਲ ਅਸੀਂ ਪਲੱਸ ਕਰਦੇ ਹਾਂ ਤਾਂ ਸਾਡਾ ਜਿਹੜਾ ਉਸ ਤੋਂ ਬਾਅਦ ਕੁਛ ਇੰਪੋਰਟੈਂਟ ਨੋਟੀਫਿਕੇਸ਼ਨ ਦਾ ਦਿੱਤਾ ਹੈ ਕਿ ਨੋਟੀਫਿਕੇਸ਼ਨ ਦੇ ਸਨਮੁਖ ਮਾਲ ਪਟਵਾਰੀ ਦੀਆਂ ਅਸਾਮੀਆਂ ਵਿੱਚ ਔਰਤਾਂ ਲਈ ਰਾਖਵੀਆਂ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਸੰਬੰਧੀ ਉਮੀਦਵਾਰ ਨੂੰ ਬੋਰਡ ਦੀ ਵੈਬਸਾਈਟ ਰਾਹੀਂ ਬਾਅਦ ਵਿੱਚ ਸੂਚਿਤ ਕੀਤਾ ਜਾਵੇਗਾ। ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉੱਪਰ ਸਾਰਣੀ ਵਿੱਚ ਦਰਜ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਅਨੁਸਾਰ ਹੀ ਪ੍ਰੈਫਰੈਂਸ ਭਰੀ ਜਾਵੇ। ਪ੍ਰੈਫਰੈਂਸ ਸੰਬੰਧਿਤ ਕੈਟਾਗਰੀ ਵਿੱਚ ਅਸਾਮੀ ਦੀ ਉਪਲਬਧਤਾ ਅਨੁਸਾਰ ਹੀ ਵਿਚਾਰੀ ਜਾਵੇਗੀ। ਉਮੀਦਵਾਰ ਦੀ ਮੈਰਿਟ ਪ੍ਰੈਫਰੈਂਸ ਅਨੁਸਾਰ ਉਸ ਨੂੰ ਮਿਲੀ ਅਸਾਮੀ ਤੋਂ ਬਾਅਦ ਰਹਿੰਦੀਆਂ ਅਸਾਮੀਆਂ ਦੇ ਉਸ ਦਾ ਕੋਈ ਕਲੇਮ ਨਹੀਂ ਰਹੇਗਾ। ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਜੀ ਪੇ ਸਕੇਲ ਦੀ। ਤਾਂ ਸਭ ਤੋਂ ਪਹਿਲਾਂ ਅਸੀਂ ਰੈਵਨਿਊ ਪਟਵਾਰੀ ਦੀ ਗੱਲ ਕਰਦੇ ਹਾਂ, ਮਾਲ ਵਿਭਾਗ ਪੰਜਾਬ, ਜਿਸ ਦਾ ਪੇ ਸਕੇਲ ਹੈ ਜੀ 19,900। ਉਸ ਤੋਂ ਬਾਅਦ ਹੈ ਜੀ ਇਰੀਗੇਸ਼ਨ ਬੁਕਿੰਗ ਕਲਰਕ, ਇਸ ਦਾ ਵੀ ਜਿਹੜਾ ਪੇ ਸਕੇਲ ਹੈ ਉਹ ਹੈ ਜੀ 19,900। ਉਸ ਤੋਂ ਬਾਅਦ ਹੈ ਜ਼ਿਲ੍ਹਾਦਾਰਸ, ਇਸ ਦਾ ਪੇ ਸਕੇਲ ਹੈ ਜੀ 35,400। ਬਾਅਦ ਅਸੀਂ ਗੱਲ ਕਰਦੇ ਹਾਂ ਜੀ ਐਜੂਕੇਸ਼ਨ ਕੁਆਲੀਫਿਕੇਸ਼ਨ, ਵਿਦਿਅਕ ਯੋਗਤਾ। ਸਭ ਤੋਂ ਪਹਿਲਾਂ ਆ ਗਿਆ ਜੀ ਮਾਲ ਪਟਵਾਰੀ, ਜਿਸ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ ਐਪਲੀਕੈਂਟ ਸ਼ੁੱਡ possess a bachelor degree in any discipline from a recognized university। ਕੈਂਡੀਡੇਟ ਦੀ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ, ਕਿਸੇ ਵੀ ਡਿਸਿਪਲਿਨ ਦੇ ਵਿੱਚ ਹੋ ਸਕਦੀ ਹੈ। ਉਸ ਤੋਂ ਬਾਅਦ ਨੰਬਰ ਸੈਕੰਡ ਕੰਡੀਸ਼ਨ ਹੈ ਕਿ ਘੱਟੋ ਘੱਟ 120 ਘੰਟੇ ਦਾ ਕੰਪਿਊਟਰ ਕੋਰਸ ਹੋਣਾ ਚਾਹੀਦਾ ਹੈ। ਐਟ ਲੀਸਟ 120 ਆਰ ਕੋਰਸ ਵਿਦ ਵਰਕਿੰਗ ਐਕਸਪੀਰੀਅੰਸ ਇਨ ਦ ਯੂਜ਼ ਆਫ personal computer or information technology in office productivity application or desktop publishing application from a recognized institution or reputed institution which is ISO 9001 certified, या possess at least 120 hour working experience in computer application from recognized institution or certified of O level from the Department of Electronic Accreditations of Computer course। और next point है he must have passed matriculation with Punjabi as one of the subject or its equivalent level, यानी कि मैट्रिक पद्धर तक जी है पंजाबी पास होना बहुत जरूरी है। उस तो बाद मेन इंपोर्टेंट पॉइंट है द एप्लीकांट शुड फुलफिल कंडीशन ऑफ क्वालिफिकेशन ऑन द लास्ट डेट ऑफ रिसीव्ड एप्लीकेशन। जो कैंडीडेट ने इस असामी ਨੂੰ ਅਪਲਾਈ करना है, इस असामी वास्ते अप्लाई करना है, जिस भी असामी वास्ते अप्लाई करेगा उस वेले उसकी जी क्वालिफिकेशन है वो कंप्लीट होनी चाहिए है। ठीक है जी। सिमिलरली उस तो बाद आ गया है जी जिला का डिपार्टमेंट ऑफ वाटर सोर्सिस, जिस दे विच हैविंग पास ए डिग्री एग्जामिनेशन और इक्वलेंट फ्रॉम रिकॉग्नाइज्ड यूनिवर्सिटी इंस्टीट्यूट विद सैकेंड डिवीजन। इस दे विच सैकेंड डिवीजन चाहिए है डिग्री दी, और the applicant should fulfill the condition of qualification on the last date of received application। ਇਸ ਦੇ ਵਿੱਚ ਵੀ ਸੇਮ ਹੀ ਕੰਡੀਸ਼ਨ ਹੈ ਕਿ ਜਦੋਂ ਤੁਸੀਂ ਅਪਲਾਈ ਕਰੋਗੇ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਕੰਪਲੀਟ ਹੋਣੀ ਚਾਹੀਦੀ ਹੈ। ਨੈਕਸਟ ਦੇਖਦੇ ਹਾਂ। ਉਸ ਤੋਂ ਬਾਅਦ ਹੈ ਜੀ ਕੈਟਾਗਰੀ ਕੋਡ।
ਜਦੋਂ ਅਸੀਂ ਅਪਲਾਈ ਕਰਨਾ ਤਾਂ ਉਸ ਦੇ ਵਿੱਚ ਆਪਣੀ ਕੈਟਾਗਰੀ ਕੋਡ ਫਿਲ ਕਰਾਂਗੇ। ਅਗਰ ਜਨਰਲ ਦਾ ਕੋਡ ਹੈ ਜੀ 101, EWS ਜਨਰਲ 102 ਹੈ, SC M&B 103 ਹੈ, SC ਰਮਦਾਸੀਆ ਐਂਡ ਅਦਰ 104 ਹੈ, BC 105 ਹੈ, ESM ਜਨਰਲ ਸੈਲਫ 106 ਹੈ। ਉਸ ਤੋਂ ਬਾਅਦ ESM ਜਨਰਲ ਡਿਪੈਂਡੈਂਟ 107 ਹੈ, ESM SC M&B ਸੈਲਫ 108 ਹੈ। ਉਸ ਤੋਂ ਬਾਅਦ ਹੈ ESM SC M&B ਡਿਪੈਂਡੈਂਟ 109 ਹੈ। ਉਸ ਤੋਂ ਬਾਅਦ ਹੈ ESM SC R&O ਸੈਲਫ 110 ਹੈ। ਉਸ ਤੋਂ ਬਾਅਦ SC R&O ਡਿਪੈਂਡੈਂਟ 111 ਹੈ, BC ਸੈਲਫ 112 ਹੈ, ESM BC ਡਿਪੈਂਡੈਂਟ 113 ਹੈ, ਸਪੋਰਟਸ ਜਨਰਲ 114 ਹੈ, ਸਪੋਰਟਸ SC M&B 115 ਹੈ, ਸਪੋਰਟਸ SC R&O 116 ਹੈ, ਫਿਜ਼ੀਕਲ ਹੈਂਡੀਕੈਪਡ ਅਰਥੋ 117 ਹੈ, ਫਿਜ਼ੀਕਲ ਹੈਂਡੀਕੈਪਡ VH 118 ਹੈ, ਫਿਜ਼ੀਕਲ हैंडीकैप्ड 119 है, फिजिकल हैंडीकैप्ड MI और MD 120 है, फ्रीडम फाइटर ਜਿਹੜੇ 121 ਕੋਡ ਹੈ। ਉਸ ਤੋਂ ਬਾਅਦ ਜੀ ਉਮਰ ਦੀ ਸੀਮਾ, ਇਸ ਦੇ ਵਿੱਚ ਅਪਲਾਈ ਕਰਨ ਦੀ ਜਿਹੜੀ ਡੇਟ ਹੈ ਘੱਟੋ ਘੱਟ 18 ਸਾਲ ਤੋਂ ਲੈ ਕੇ 37 ਸਾਲ ਦੇ ਵਿੱਚ ਜਿਨ੍ਹਾਂ ਦੀ ਉਮਰ ਹੈ ਉਹ ਕੈਂਡੀਡੇਟ ਅਪਲਾਈ ਕਰ ਸਕਦੇ ਹੈ। ਅਗਰ ਕੈਂਡੀਡੇਟ ਅਨੁਸੂਚਿਤ ਜਾਤੀ ਜਾਂ ਪਛੜੀ ਸ਼੍ਰੇਣੀ ਦਾ ਵਸਨੀਕ ਹੈ ਤਾਂ ਉਹ 42 ਸਾਲ ਤੱਕ ਅਪਲਾਈ ਕਰ ਸਕਦਾ ਹੈ। ਜਾਂ ਕੈਂਡੀਡੇਟ ਰਾਜ ਅਤੇ ਕੇਂਦਰੀ ਸਰਕਾਰ ਦਾ ਕਰਮਚਾਰੀ ਲਈ ਜਿਹੜੀ ਉੱਪਰਲੀ ਸੀਮਾ ਵਿੱਚ ਛੋਟ ਦਿੰਦੇ ਹੋਏ ਵੱਧ ਤੋਂ ਵੱਧ ਉਮਰ 45 ਸਾਲ ਦੀ ਉਮਰ ਦੇ ਵਿੱਚ ਅਪਲਾਈ ਕਰ ਸਕਦਾ ਹੈ। ਉਸ ਤੋਂ ਬਾਅਦ ਹੈ ਪੰਜਾਬ ਦੇ ਵਸਨੀਕ ਸਾਬਕਾ ਫੌਜੀਆਂ ਦੇ ਕੇਸ ਵਿੱਚ ਉੱਪਰਲੀ ਸੀਮਾ ਐਕਸ ਸਰਵਿਸਮੈਨ ਰੂਲ 1982 ਵਿੱਚ ਸਮੇਂ-ਸਮੇਂ ਹੋਈਆਂ ਸੋਧਾਂ ਅਨੁਸਾਰ ਹੋਵੇਗੀ। ਇਹ ਉਮਰ ਸੀਮਾ ਉਹਨਾਂ ਦੀ ਫੌਜ ਵਿੱਚ ਕੀਤੀ ਸੇਵਾ ਦਾ ਸਮਾਂ ਉਹਨਾਂ ਦੀ ਉਮਰ ਵਿੱਚੋਂ ਘਟਾਉਣ ਤੋਂ ਬਾਅਦ ਬਾਕੀ ਬਚੀ ਉਮਰ ਜੇਕਰ ਸੇਵਾ ਰੂਲ ਅਨੁਸਾਰ ਅਸਾਮੀਆਂ ਦੀ ਉੱਪਰਲੀ ਸੀਮਾ ਤੋਂ 3 ਸਾਲ ਤੋਂ ਵੱਧ ਨਹੀਂ ਹੋਵੇਗੀ ਤਾਂ ਮੰਨਿਆ ਜਾਵੇਗਾ ਕਿ ਉਹ ਸੀਮਾ ਦੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਉਸ ਤੋਂ ਬਾਅਦ ਇਹ ਪੰਜਾਬ ਦੇ ਵਸਨੀਕ ਅੰਗਹੀਨਾਂ ਲਈ ਉੱਪਰਲੀ ਜਿਹੜੀ ਉਮਰ ਸੀਮਾ ਹੈ ਉਹ 10 ਸਾਲ ਦੀ ਜਿਹੜੀ ਹੈ ਛੋਟ ਦਿੱਤੀ ਜਾਏਗੀ, ਯਾਨੀ ਕਿ ਉਹ 47 ਸਾਲ ਤੱਕ ਜਿਹੜੇ ਹੈ ਕਿ ਅਪਲਾਈ ਕਰ ਸਕਦੇ ਹੈ। ਉਸ ਤੋਂ ਬਾਅਦ ਇੱਕ ਨਵਾਂ ਨੋਟੀਫਿਕੇਸ਼ਨ ਇਸ ਦੇ ਵਿੱਚ ਐਡ ਕੀਤਾ ਗਿਆ, ਤੁਸੀਂ ਦੇਖ ਸਕਦੇ ਹੋ, ਜਿਸ ਦੇ ਵਿੱਚ ਕਿਹਾ ਕਿ ਪੰਜਾਬ ਸਰਕਾਰ ਦੇ ਪੱਤਰ ਮਿਤੀ 12/1/2021 ਰਾਹੀਂ ਪੰਜਾਬ ਸਰਕਾਰ ਅਧੀਨ ਠੇਕੇ ਦੇ ਆਧਾਰ 'ਤੇ ਕੰਮ ਕਰ ਰਹੇ ਵੱਖ-ਵੱਖ ਕੈਟਾਗਰੀਆਂ ਦੇ ਕਰਮਚਾਰੀਆਂ ਨੂੰ ਇਸ ਪੱਤਰ ਵਿੱਚ ਦਰਜ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿੱਚ ਇਸ ਭਰਤੀ ਲਈ ਦਿੱਤੀ ਗਈ ਉੱਪਰਲੀ ਸੀਮਾ ਵਿੱਚ ਲਾਗੂ ਹੋਵੇਗੀ। ਉਸ ਤੋਂ ਬਾਅਦ ਹੈ ਜੀ ਫੀਸ ਦਾ ਵੇਰਵਾ। ਜਨਰਲ ਕੈਟਾਗਰੀ ਵਾਸਤੇ ਜਿਹੜੀ ਫੀਸ ਹੈ 1000 ਰੁਪਏ ਹੈ। SC ਅਤੇ BC ਅਤੇ EWS ਵਾਸਤੇ ਜਿਹੜੀ ਫੀਸ ਹੈ 250 ਰੁਪਏ ਹੈ। ਸਾਬਕਾ ਫੌਜੀ ਅਤੇ ਆਸ਼ਰਿਤ ਡਿਪੈਂਡੈਂਟ 200 ਰੁਪਏ ਹੈ। ਔਰ ਫਿਜ਼ੀਕਲ ਹੈਂਡੀਕੈਪਡ ਜਿਹੜੀ ਫੀਸ ਹੈ ਉਹ ਹੈ ਜੀ 500 ਰੁਪਏ। ਉਮੀਦਵਾਰ ਦੁਆਰਾ ਇੱਕ ਵਾਰ ਅਦਾ ਕੀਤੀ ਗਈ ਫੀਸ ਕਿਸੇ ਵੀ ਸਥਿਤੀ ਦੇ ਵਿੱਚ ਵਾਪਸ ਨਹੀਂ ਕੀਤੀ ਜਾਏਗੀ। ਉਸ ਤੋਂ ਬਾਅਦ ਹੈ ਜੀ ਰਿਜ਼ਰਵੇਸ਼ਨ। ਉਮੀਦਵਾਰ ਸ਼੍ਰੇਣੀ ਦੇ ਇਸ ਦੇ ਕੋਡ ਦਾ ਧਿਆਨ ਰੱਖਦੇ ਹੋਏ ਔਨਲਾਈਨ ਫਾਰਮ ਧਿਆਨ ਨਾਲ ਭਰਨ, ਕਿਉਂਕਿ ਕਿਸੇ ਵੀ ਸਟੇਜ ਦੇ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਤਬਦੀਲ ਨਹੀਂ ਕੀਤਾ ਜਾਏਗਾ। ਇਹ ਬੜੇ ਧਿਆਨ ਦੇ ਨਾਲ ਫਿਲ ਕਰਨਾ ਜੀ। ਰਾਖਵਾਂਕਰਨ ਦਾ ਲਾਭ ਕੇਵਲ ਪੰਜਾਬ ਦੇ ਵਸਨੀਕਾਂ ਨੂੰ ਹੀ ਮਿਲੇਗਾ। ਇਸ ਲਈ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਭਰਨ ਸਮੇਂ ਉਮੀਦਵਾਰ ਇਸ ਗੱਲ ਦਾ ਧਿਆਨ ਰੱਖੇਗਾ ਕਿ ਉਮੀਦਵਾਰ ਵੱਲੋਂ ਔਨਲਾਈਨ ਭਰੇ ਫਾਰਮ ਵਿੱਚ ਦਰਜ ਸ਼੍ਰੇਣੀ ਅਤੇ ਸ਼੍ਰੇਣੀ ਕੋਡ ਦੇ ਆਧਾਰ 'ਤੇ ਹੀ ਉਸ ਦੀ ਪਾਤਰਤਾ ਨੂੰ ਵਿਚਾਰਿਆ ਜਾਏਗਾ। ਰਾਖਵਾਂਕਰਨ ਦਾ ਲਾਭ ਲੈਣ ਲਈ ਉਮੀਦਵਾਰ ਪੰਜਾਬ ਦਾ ਵਸਨੀਕ ਹੋਣ ਦਾ ਤਾਜ਼ਾ ਜਾਰੀ ਹੋਇਆ ਸਰਟੀਫਿਕੇਟ ਡੋਮੋਸਾਈਲ ਸਰਟੀਫਿਕੇਟ ਪੇਸ਼ ਕਰੇਗਾ। ਇਸ ਸਰਟੀਫਿਕੇਟ ਕਾਉਂਸਲਿੰਗ ਉੱਪਰ ਪੇਸ਼ ਕਰਨ ਸਮੇਂ ਕਿਸੇ ਵੀ ਸਥਿਤੀ ਵਿੱਚ 5 ਸਾਲਾਂ ਤੋਂ ਪੁਰਾਣਾ
ਨਹੀਂ ਹੋਣਾ ਚਾਹੀਦਾ। ਅਨੁਸੂਚਿਤ ਜਾਤੀ, ਪਛੜੀ ਸ਼੍ਰੇਣੀ, ਸਾਬਕਾ ਫੌਜੀਆਂ ਦਾ ਸਰਟੀਫਿਕੇਟ ਪੰਜਾਬ ਸਰਕਾਰ ਦੀ ਪ੍ਰਚਲਿਤ ਹਦਾਇਤਾਂ ਅਨੁਸਾਰ ਲਾਜ਼ਮੀ ਹੋਣਾ ਚਾਹੀਦਾ ਹੈ। ਉਮੀਦਵਾਰ ਕਾਉਂਸਲਿੰਗ ਸਮੇਂ ਅਤੇ ਹੋਰ ਕਿਸੇ ਵੀ ਸਟੇਜ ਦੇ ਬੋਰਡ ਦੀ ਮੰਗ ਅਨੁਸਾਰ ਆਪਣੀ ਸ਼੍ਰੇਣੀ ਦੇ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਪੁਖਤਾ ਵੈਲਿਡ ਸਰਟੀਫਿਕੇਟ ਸਬੂਤ ਵਜੋਂ ਪੇਸ਼ ਕਰੇਗਾ। ਇਸ ਸਰਟੀਫਿਕੇਟ ਸਮਰੱਥਾ ਅਥਾਰਟੀ ਵੱਲੋਂ ਅਪਲਾਈ ਕਰਨ ਦੀ ਮਿਤੀ ਤੋਂ ਪਹਿਲਾਂ ਜਾਰੀ ਹੋਣਾ ਲਾਜ਼ਮੀ ਹੈ। ਜੇਕਰ ਕੋਈ ਉਮੀਦਵਾਰ ਉਕਤ ਅਸਾਮੀਆਂ ਲਈ ਅਜਿਹੀ ਸ਼੍ਰੇਣੀ ਜਾਂ ਸ਼੍ਰੇਣੀ ਕੋਡ ਦੇ ਵਿਰੁੱਧ ਅਪਲਾਈ ਕਰਦਾ ਹੈ ਜਿਸ ਦੀ ਕੋਈ ਅਸਾਮੀ ਇਸ਼ਤਿਹਾਰ ਵਿੱਚ ਸ਼ਾਮਲ ਨਾ ਕੀਤੀ ਹੋਵੇ ਤਾਂ ਉਸ ਸਥਿਤੀ ਵਿੱਚ ਅਜਿਹੇ ਪ੍ਰਾਰਥੀ ਨੂੰ ਉਮੀਦਵਾਰਤਾ ਮੁੱਢ ਤੋਂ ਹੀ ਰੱਦ ਮੰਨੀ ਜਾਏਗੀ। ਹੁਣ ਸਭ ਤੋਂ ਉਸ ਤੋਂ ਮੇਨ ਇੰਪੋਰਟੈਂਟ ਪੁਆਇੰਟ ਹੈ ਜੀ ਚੋਣ ਵਿਧੀ। ਇਸ ਦਾ ਸਿਲੈਕਸ਼ਨ ਪ੍ਰੋਸੈਸ ਕੀ ਹੈ। ਇਸ ਦੇ ਵਿੱਚ ਪ੍ਰਕਾਸ਼ਿਤ ਕੀਤੀਆਂ ਅਸਾਮੀਆਂ ਲਈ ਸਫਲਤਾਪੂਰਵਕ ਵਿਨੇ ਕਰਨ ਵਾਲੇ ਉਮੀਦਵਾਰਾਂ ਦੀ 2 ਚਰਨਾਂ ਵਿੱਚ ਆਬਜੈਕਟਿਵ ਟਾਈਪ ਲਿਖਤੀ ਪ੍ਰੀਖਿਆ ਲਈ ਜਾਏਗੀ। ਪਹਿਲੇ ਚਰਨ ਦੀ ਪ੍ਰੀਖਿਆ ਵਿੱਚ ਕੈਟਾਗਰੀ ਵਾਈਜ਼ ਅਸਾਮੀਆਂ ਦੇ ਉੱਪਰਲੇ ਮੈਰਿਟ ਦੇ 10 ਗੁਣਾ ਉਮੀਦਵਾਰਾਂ ਦੀ ਦੂਸਰੇ ਚਰਨ ਦੀ ਪ੍ਰੀਖਿਆ ਲਈ ਜਾਵੇਗੀ। ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਦੂਸਰੇ ਚਰਨ ਦੀ ਲਿਖਤੀ ਪ੍ਰੀਖਿਆ ਵਿੱਚੋਂ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੀ ਸਾਂਝੀ ਮੈਰਿਟ ਸੂਚੀ ਤਿਆਰ ਕੀਤੀ ਜਾਏਗੀ। ਉਪਰੋਕਤ ਦਰਸਾਈਆਂ ਅਸਾਮੀਆਂ ਵਾਸਤੇ ਵਿਚਾਰੇ ਜਾਣ ਲਈ ਹਰ ਸ਼੍ਰੇਣੀ ਦੇ ਉਮੀਦਵਾਰ ਲਈ ਪ੍ਰੀਖਿਆ ਵਿੱਚ ਘੱਟੋ ਘੱਟ 40% ਅੰਕ ਪ੍ਰਾਪਤ ਕਰਨੇ ਜ਼ਰੂਰੀ ਹਨ। ਲਿਖਤੀ ਪ੍ਰੀਖਿਆ ਵਿੱਚੋਂ 40% ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਅਯੋਗ ਫੇਲ ਕਰਾਰ ਦਿੰਦੇ ਹੋਏ ਉਪਰੋਕਤ ਅਸਾਮੀਆਂ ਲਈ ਚੋਣ ਵਾਸਤੇ ਕਿਸੇ ਵੀ ਸਥਿਤੀ ਵਿੱਚ ਵਿਚਾਰਿਆ ਨਹੀਂ ਜਾਏਗਾ। ਲਿਖਤੀ ਪ੍ਰੀਖਿਆ ਵਿੱਚ ਜੇਕਰ ਮੈਰਿਟ ਦੀ ਬਰਾਬਰਤਾ ਸੰਬੰਧੀ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਸੰਬੰਧੀ ਬਰਾਬਰ ਅੰਕ ਹਾਸਲ ਉਮੀਦਵਾਰਾਂ ਦੀ ਜਨਮ ਮਿਤੀ ਨੂੰ ਵਿਚਾਰਿਆ ਜਾਵੇਗਾ ਅਤੇ ਵੱਧ ਉਮਰ ਵਾਲੇ ਉਮੀਦਵਾਰ ਨੂੰ ਮੈਰਿਟ ਉੱਪਰ ਮੰਨੀ ਜਾਵੇਗੀ। ਜੇਕਰ ਬਰਾਬਰ ਮੈਰਿਟ ਹਾਸਲ ਉਮੀਦਵਾਰ ਦੀ ਜਨਮ ਮਿਤੀ ਮੁਤਾਬਕ ਉਮਰ ਵਿੱਚ ਬਰਾਬਰਤਾ ਪਾਈ ਜਾਂਦੀ ਹੈ ਤਾਂ ਇਸ ਸੰਬੰਧੀ ਉਮੀਦਵਾਰ ਦੀ ਮੰਗੀ ਵਿਦਿਅਕ ਯੋਗਤਾ ਦੀ ਪ੍ਰਤੀਸ਼ਤ ਨੂੰ ਵਿਚਾਰਦੇ ਹੋਏ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਮੰਨੀ ਜਾਏਗੀ। ਜੇਕਰ ਉਪਰੋਕਤ ਦੋਵੇਂ ਸਥਿਤੀਆਂ ਵਿੱਚ ਅੰਕਾਂ ਦੀ ਬਰਾਬਰਤਾ ਦਾ ਵੀ ਵਿਵਾਦ ਨਹੀਂ ਸੁਲਝਦਾ ਤਾਂ ਅੰਤ ਵਿੱਚ ਮੈਟ੍ਰਿਕ ਦੇ ਅੰਕਾਂ ਨੂੰ ਵਿਚਾਰਦੇ ਹੋਏ ਮੈਟ੍ਰਿਕ ਵਿੱਚ ਵੱਧ ਅੰਕ ਹਾਸਲ ਕਰਨ ਵਾਲੇ ਉਮੀਦਵਾਰ ਦੀ ਮੈਰਿਟ ਉੱਪਰ ਮੰਨੀ ਜਾਏਗੀ। ਉਸ ਤੋਂ ਬਾਅਦ ਲਿਖਤੀ ਪ੍ਰੀਖਿਆ ਦੀ ਮੈਰਿਟ ਦੇ ਆਧਾਰ 'ਤੇ ਅਸਾਮੀਆਂ ਦਾ 3 ਗੁਣਾ ਜਾਂ ਬੋਰਡ ਵੱਲੋਂ ਲਏ ਫੈਸਲੇ ਅਨੁਸਾਰ ਉਮੀਦਵਾਰ ਨੂੰ ਹਰ ਤਰ੍ਹਾਂ ਦੇ ਦਸਤਾਵੇਜ਼ ਦੀ ਪੜਤਾਲ ਵੈਰੀਫਿਕੇਸ਼ਨ ਕਰਨ ਲਈ ਕਾਉਂਸਲਿੰਗ ਲਈ ਬੁਲਾਇਆ ਜਾਏਗਾ। ਕਾਉਂਸਲਿੰਗ ਉਪਰੰਤ ਮੁਕੰਮਲ ਤੌਰ 'ਤੇ ਸਫਲ ਯੋਗ ਪਾਏ ਉਮੀਦਵਾਰਾਂ ਦੇ ਨਾਂ ਅਸਾਮੀਆਂ ਦੀ ਉਸ ਸਮੇਂ ਦੀ ਮੌਜੂਦਾ ਗਿਣਤੀ ਜੋ ਕਿ ਸੰਬੰਧਿਤ ਵਿਭਾਗ ਦੇ ਹੁਕਮਾਂ ਹਦਾਇਤਾਂ ਅਨੁਸਾਰ ਭਰਤੀ ਪ੍ਰਕਿਰਿਆ ਦੌਰਾਨ ਕਿਸੇ ਵੀ ਸਮੇਂ ਘਟਾਈ ਜਾਂ ਵਧਾਈ ਜਾ ਸਕਦੀ ਹੈ। ਉਸ ਤੋਂ ਬਾਅਦ ਕਾਉਂਸਲਿੰਗ ਲਈ ਬੁਲਾਏ ਗਏ ਉਮੀਦਵਾਰ ਨੂੰ ਉਹਨਾਂ ਦੀ ਯੋਗਤਾ ਪਾਤਰਤਾ ਦੇ ਆਧਾਰ 'ਤੇ ਵਿਨੇ ਕਰਨ ਵਾਲੀ ਸ਼੍ਰੇਣੀ ਅਸਾਮੀ ਕੋਡ ਵਿੱਚ ਹੀ ਵਿਚਾਰਿਆ ਜਾਏਗਾ। ਲਿਖਤੀ ਪ੍ਰੀਖਿਆ ਹਰ ਮੁਕੰਮਲ ਆਨਲਾਈਨ ਵਿਨੇ ਪ੍ਰਤੀ ਬੇਨਤੀਆਂ ਪ੍ਰਾਪਤ ਹੋਣ ਤੋਂ ਬਾਅਦ ਉਮੀਦਵਾਰਾਂ ਨੂੰ ਲਿਖਤੀ ਪ੍ਰੀਖਿਆ ਲਈ ਬੋਰਡ ਦੀ ਵੈਬਸਾਈਟ 'ਤੇ ਆਨਲਾਈਨ ਐਡਮਿਟ ਕਾਰਡ ਜਾਰੀ ਕੀਤੇ ਜਾਣਗੇ। ਲਿਖਤੀ ਪ੍ਰੀਖਿਆ ਦਾ ਸੰਭਾਵਿਤ ਸਿਲੇਬਸ ਅਤੇ ਪੈਟਰਨ ਬਾਅਦ ਵਿੱਚ ਬੋਰਡ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਜਾਏਗਾ। ਇਸ ਸੰਬੰਧੀ ਉਮੀਦਵਾਰ ਲਗਾਤਾਰ ਬੋਰਡ ਦੀ ਵੈਬਸਾਈਟ ਚੈੱਕ ਕਰਦੇ ਰਹਿਣ। ਲਿਖਤੀ ਪ੍ਰੀਖਿਆ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਜਿਵੇਂ ਕਿ ਪ੍ਰੀਖਿਆ ਦੀ ਮਿਤੀ ਅਤੇ ਪ੍ਰੀਖਿਆ ਕੇਂਦਰ ਆਦਿ ਸਿਰਫ ਬੋਰਡ ਦੀ ਵੈਬਸਾਈਟ 'ਤੇ ਹੀ ਅਪਲੋਡ ਕੀਤੀ ਜਾਏਗੀ। ਇਸ ਕਰਕੇ ਉਮੀਦਵਾਰ ਵੱਲੋਂ ਲੇਟੈਸਟ ਅਪਡੇਟਸ ਲਈ ਬੋਰਡ ਦੀ ਵੈਬਸਾਈਟ ਲਾਜ਼ਮੀ ਤੌਰ 'ਤੇ ਚੈੱਕ ਕਰਦੇ ਰਹਿਣ ਅਤੇ ਕਿਸੇ ਵੀ ਉਮੀਦਵਾਰ ਨਾਲ ਵਿਅਕਤੀਗਤ ਤੌਰ 'ਤੇ ਪੱਤਰ ਵਿਵਹਾਰ ਨਹੀਂ ਕੀਤਾ ਜਾਏਗਾ। ਉਸ ਤੋਂ ਬਾਅਦ ਹੈ ਜੀ ਹੁਣ ਅਪਲਾਈ ਕਰਨ ਦੀ ਵਿਧੀ ਕੀ ਹੈ।
ਉਮੀਦਵਾਰ ਬੋਰਡ ਦੀ ਵੈਬਸਾਈਟ 'ਤੇ www.ssb.punjab.gov.in 'ਤੇ ਮੁਹੱਈਆ ਲਿੰਕ 'ਤੇ ਕਲਿੱਕ ਕਰਕੇ 14/1/2021 ਤੋਂ ਲੈ ਕੇ 11 ਫਰਵਰੀ 2021 ਸ਼ਾਮ 5 ਵਜੇ ਤੱਕ ਔਨਲਾਈਨ ਅਪਲਾਈ ਕਰ ਸਕਦੇ ਹੋ। ਹੋਰ ਕਿਸੇ ਵੀ ਵਿਧੀ ਰਾਹੀਂ ਭੇਜੀ ਗਈ ਅਰਜ਼ੀ ਰੱਦ ਸਮਝੀ ਜਾਏਗੀ। ਉਮੀਦਵਾਰ ਔਨਲਾਈਨ ਅਪਲਾਈ ਕਰਨ ਸਮੇਂ ਸਭ ਤੋਂ ਪਹਿਲਾਂ ਅਪਲਾਈ ਕਰਨ ਦੀਆਂ ਹਦਾਇਤਾਂ ਨੂੰ ਧਿਆਨਪੂਰਵਕ ਪੜ੍ਹਦੇ ਹੋਏ ਬੋਰਡ ਦੀ ਵੈਬਸਾਈਟ 'ਤੇ ਮੌਜੂਦ ਭਰਤੀ ਤੇ ਲਿੰਕ 'ਤੇ ਕਲਿੱਕ ਕਰਕੇ ਆਪਣੀ ਨਿੱਜੀ ਡਿਟੇਲ ਭਰ ਕੇ ਸੇਵ ਕਰਨਗੇ, ਜਿਸ ਨਾਲ ਰਜਿਸਟ੍ਰੇਸ਼ਨ ਨੰਬਰ ਜਨਰੇਟ ਹੋ ਜਾਵੇਗਾ। ਇਸ ਉਪਰੰਤ ਉਮੀਦਵਾਰ ਆਪਣੀ ਪਾਸਪੋਰਟ ਸਾਈਜ਼ ਫੋਟੋਗ੍ਰਾਫ, ਹਸਤਾਖਰ ਅਤੇ ਲੋੜੀਂਦੀ ਵਿੱਦਿਅਕ ਯੋਗਤਾ ਜਿਵੇਂ ਕਿ ਮੈਟ੍ਰਿਕ, 10ਵੀਂ ਦਾ ਜਨਮ ਮਿਤੀ ਵਾਲਾ ਸਰਟੀਫਿਕੇਟ ਅਤੇ ਉਪਰੋਕਤ ਅਸਾਮੀਆਂ ਲਈ ਨਿਰਧਾਰਤ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਦਾ ਵਿੱਦਿਅਕ ਯੋਗਤਾ ਸਰਟੀਫਿਕੇਟ ਸਕੈਨ ਕਰਕੇ ਅਪਲੋਡ ਕਰਨਗੇ। ਇਹਨਾਂ ਦਸਤਾਵੇਜ਼ਾਂ ਦੇ ਅਪਲੋਡ ਹੋਣ ਉਪਰੰਤ ਔਨਲਾਈਨ ਫਾਰਮ ਸਬਮਿਟ ਕਰਨ ਤੋਂ ਪਹਿਲਾਂ ਉਮੀਦਵਾਰ ਕਿਸੇ ਵੀ ਤਰ੍ਹਾਂ ਦੀ ਸੋਧ ਨਾਮ, ਪਿਤਾ ਦਾ ਨਾਮ, ਜਨਮ ਮਿਤੀ ਅਤੇ ਕੈਟਾਗਰੀ ਨੂੰ ਛੱਡ ਕੇ ਕਰ ਸਕਦੇ ਹਨ। ਇੱਕ ਵਾਰ ਔਨਲਾਈਨ ਫਾਰਮ ਸਬਮਿਟ ਹੋ ਜਾਣ ਉਪਰੰਤ ਉਮੀਦਵਾਰ ਉਸ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਨਹੀਂ ਕਰ ਸਕੇਗਾ। ਔਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਹੋਣ ਉਪਰੰਤ ਹੀ ਫੀਸ ਜਮ੍ਹਾਂ ਜਾਂ ਅਦਾ ਕੀਤੀ ਜਾ ਸਕੇਗੀ। ਨੋਟ ਹੈ, ਫੀਸ ਭਰਨ ਲਈ ਉਮੀਦਵਾਰ ਨੂੰ ਲੌਗਇਨ ਕਰਨ ਲਈ ਐਪਲੀਕੇਸ਼ਨ ਨੰਬਰ ਅਤੇ ਜਨਮ ਮਿਤੀ ਫਾਰਮੈਟ ਵਿੱਚ ਭਰਨੀ ਹੋਵੇਗੀ। ਉਮੀਦਵਾਰ ਔਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਕਰਨ ਉਪਰੰਤ ਵੈਬਸਾਈਟ 'ਤੇ ਮੌਜੂਦ ਮੇਕ ਪੇਮੈਂਟ ਲਿੰਕ ਦੇ ਪੇ ਫੀ ਲਿੰਕ 'ਤੇ ਕਲਿੱਕ ਕਰਕੇ ਫੀਸ ਦਾ ਭੁਗਤਾਨ ਕਰ ਸਕਣਗੇ। ਉਮੀਦਵਾਰ ਔਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਜਮ੍ਹਾਂ ਹੋਣ ਦੀ ਮਿਤੀ ਤੋਂ ਬਾਅਦ ਇੱਕ ਦਿਨ ਛੱਡ ਕੇ ਅਗਲੀ ਮਿਤੀ ਤੋਂ ਫੀਸ ਅਦਾ ਕਰਨ ਦੀ ਆਖਰੀ ਮਿਤੀ 15 ਫਰਵਰੀ 2021 ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ ਸਟੇਟ ਬੈਂਕ ਆਫ ਇੰਡੀਆ ਦੀ ਕਿਸੇ ਵੀ ਸ਼ਾਖਾ ਵਿੱਚ ਚਲਾਨ ਰਾਹੀਂ ਜਾਂ ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਰੁਪਿਆ ਕਾਰਡ, ਫੋਨਪੇ, ਗੂਗਲ ਪੇ, ਪੇਟੀਐਮ ਔਰ ਬੈਂਕ ਚਲਾਨ ਆਦਿ ਕਿਸੇ ਵੀ ਮੋਡ ਰਾਹੀਂ ਫੀਸ ਜਮ੍ਹਾਂ ਕਰਵਾ ਸਕਣਗੇ। ਉਮੀਦਵਾਰ ਦੁਆਰਾ ਲੋੜੀਂਦੀ ਫੀਸ ਜਮ੍ਹਾਂ ਕਰਵਾਉਣ ਉਪਰੰਤ ਹੀ ਔਨਲਾਈਨ ਅਪਲਾਈ ਕਰਨ ਦੀ ਪ੍ਰਕਿਰਿਆ ਮੁਕੰਮਲ ਹੋ ਸਕੇਗੀ। ਔਨਲਾਈਨ ਐਪਲੀਕੇਸ਼ਨ ਫਾਰਮ ਸਵੀਕਾਰ ਕੀਤਾ ਜਾਏਗਾ। ਇਸ ਉਪਰੰਤ ਹੀ ਫੀਸ ਅਦਾ ਕਰਨ ਦੀ ਮਿਤੀ ਤੋਂ ਬਾਅਦ 2 ਦਿਨ ਛੱਡ ਕੇ ਅਗਲੀ ਮਿਤੀ ਤੋਂ ਔਨਲਾਈਨ ਐਪਲੀਕੇਸ਼ਨ ਫਾਰਮ ਜਨਰੇਟ ਡਾਊਨਲੋਡ ਹੋ ਸਕੇਗਾ। ਉਮੀਦਵਾਰ ਇਸ ਫਾਰਮੈਟ ਦਾ ਪ੍ਰਿੰਟ ਲੈ ਕੇ ਭਵਿੱਖ ਵਿੱਚ ਇਸ ਨੂੰ ਸੰਭਾਲ ਕੇ ਰੱਖਣ ਲਈ ਜ਼ਿੰਮੇਵਾਰ ਹੋਣਗੇ। ਜੇਕਰ ਉਮੀਦਵਾਰ ਵੱਲੋਂ ਔਨਲਾਈਨ ਫਾਰਮ ਭਰਨ ਸਮੇਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਸਿਰਫ ਐਪਲੀਕੇਸ਼ਨ ਫਾਰਮ ਸਬਮਿਟ ਕਰਨ ਤੋਂ ਪਹਿਲਾਂ ਹੀ ਉਸ ਪਾਸ ਫਾਰਮ ਵਿੱਚ ਸੋਧ ਕਰਨ ਦਾ ਮੌਕਾ ਹੋਵੇਗਾ। ਉਮੀਦਵਾਰ ਦੁਆਰਾ ਇੱਕ ਵਾਰ ਔਨਲਾਈਨ ਐਪਲੀਕੇਸ਼ਨ ਫਾਰਮ ਸਬਮਿਟ ਕਰਨ ਉਪਰੰਤ ਕਿਸੇ ਵੀ ਹਾਲਤ ਵਿੱਚ ਕਿਸੇ ਵੀ ਤਰ੍ਹਾਂ ਦੀ ਸੋਧ ਨਹੀਂ ਕੀਤੀ ਜਾ ਸਕੇਗੀ ਅਤੇ ਨਾ ਹੀ ਭਵਿੱਖ ਵਿੱਚ ਸੋਧ ਕਰਨ ਸੰਬੰਧੀ ਉਮੀਦਵਾਰ ਦੀ ਕੋਈ ਪ੍ਰਤੀ ਬੇਨਤੀ ਮੰਗ ਦਫ਼ਤਰ ਵੱਲੋਂ ਸਵੀਕਾਰ ਕੀਤੀ ਜਾਏਗੀ। ਇਸ ਗੱਲ ਦਾ ਬਹੁਤ ਹੀ ਧਿਆਨ ਰੱਖਣਾ ਹੈ। ਕਿਸੇ ਵੀ ਉਮੀਦਵਾਰ ਨੂੰ ਫੀਸ ਦੀ ਮੁਆਫੀ ਛੋਟ ਨਹੀਂ ਦਿੱਤੀ ਜਾਵੇਗੀ ਅਤੇ ਫੀਸ ਦਾ ਭੁਗਤਾਨ ਨਾ ਕਰਨ ਦੀ ਹਾਲਤ ਵਿੱਚ ਉਸ ਦਾ ਐਪਲੀਕੇਸ਼ਨ ਫਾਰਮ ਅਧੂਰਾ ਸਮਝਦੇ ਹੋਏ ਸਵੀਕਾਰ ਨਹੀਂ ਕੀਤਾ ਜਾਏਗਾ। ਕਿਸੇ ਹੋਰ ਵਿਧੀ ਰਾਹੀਂ ਭੇਜੀ ਗਈ ਅਰਜ਼ੀ ਜਾਂ ਕਿਸੇ ਹੋਰ ਵਿਧੀ ਰਾਹੀਂ ਜਮ੍ਹਾਂ ਕਰਵਾਈ ਗਈ ਫੀਸ ਨੂੰ ਵੈਲਿਡ ਨਹੀਂ ਮੰਨਿਆ ਜਾਏਗਾ। ਉਮੀਦਵਾਰ ਨੂੰ ਅਯੋਗ ਕਰਾਰ ਦੇਣ ਜਾਂ ਪਾਤਰਤਾ ਰੱਦ ਕਰਨ ਦੀਆਂ ਸ਼ਰਤਾਂ। ਸਭ ਤੋਂ ਪਹਿਲਾਂ ਕਿ ਪੂਰੀ ਫੀਸ ਪ੍ਰਾਪਤ ਨਾ ਹੋਣ ਜਾਂ ਨਿਰਧਾਰਿਤ ਵਿਧੀ ਅਨੁਸਾਰ ਫੀਸ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਤੁਹਾਡੀ ਜਿਹੜੀ ਪਾਤਰਤਾ ਰੱਦ ਹੋ ਸਕਦੀ ਹੈ। ਦੂਸਰਾ ਕਾਰਨ ਹੈ ਕਿ ਬਿਨੇ ਪੱਤਰ ਵਿੱਚ ਅਧੂਰੀ ਜਾਂ ਗਲਤ ਸੂਚਨਾ ਭਰਨ ਦੇ ਨਾਲ ਤੁਹਾਡੀ ਪਾਤਰਤਾ ਜਿਹੜੀ ਹੈ ਰੱਦ ਹੋ ਸਕਦੀ ਹੈ। ਔਨਲਾਈਨ ਬਿਨੇ ਕਰਨ ਦੀ ਪੂਰੀ ਪ੍ਰਕਿਰਿਆ ਮੁਕੰਮਲ ਨਾ ਕਰਨਾ। ਇਨਕੰਪਲੀਟ ਫਾਰਮ ਅਧੀਨ ਸੇਵਾਵਾਂ ਚੋਣ ਬੋਰਡ ਜਾਂ ਕਿਸੇ ਹੋਰ ਸੰਸਥਾ ਵੱਲੋਂ ਅਯੋਗ ਕਰਾਰ ਦਿੱਤਾ ਹੋਣਾ
ਜਾਂ ਲੋੜੀਂਦੀ ਵਿਦਿਅਕ ਯੋਗਤਾ, ਉਮਰ, ਰਾਖਵਾਂਕਰਨ ਜਾਂ ਭਰਤੀ ਦੀਆਂ ਹੋਰ ਸ਼ਰਤਾਂ ਪੂਰੀਆਂ ਨਾ ਹੋਣ ਦੀ ਸੂਰਤ ਵਿੱਚ ਵੀ ਤੁਹਾਡੀ ਜਿਹੜੀ ਪਾਤਰਤਾ ਰੱਦ ਹੋ ਸਕਦੀ ਹੈ। ਆਨਲਾਈਨ ਵਿਨੈ ਕਰਨ ਦੀ ਪ੍ਰਕਿਰਿਆ ਦੀ ਥਾਂ 'ਤੇ ਕਿਸੇ ਹੋਰ ਪ੍ਰਕਿਰਿਆ ਰਾਹੀਂ ਵਿਨੈ ਕਰਨ ਦੇ ਕਾਰਨ ਵੀ ਜਿਹੜੀ ਤੁਹਾਡੀ ਪਾਤਰਤਾ ਜਿਹੜੀ ਹੈ ਰੱਦ ਹੋ ਸਕਦੀ ਹੈ। ਲਿਖਤੀ ਪ੍ਰੀਖਿਆ ਵਿੱਚ 40% ਅੰਕਾਂ ਤੋਂ ਘੱਟ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਅਯੋਗ ਫੇਲ ਕਰਾਰ ਦਿੰਦੇ ਹੋਏ ਉਪਰੋਕਤ ਅਸਾਮੀਆਂ ਲਈ ਚੋਣ ਵਾਸਤੇ ਵਿਚਾਰਿਆ ਨਹੀਂ ਜਾਵੇਗਾ। तो फ्रेंड्स, अगर ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ। ਅਗਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ। ਧੰਨਵਾਦ। ਜੈ ਹਿੰਦ।